ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫੇਰ ਸਾਡਾ ਖਾਸ ਨਿਊਜ਼ ਬੁਲਟਨ ਤੇ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਵੈਕਸੀਨ ਮੈਂਡੇਟ ਦੇ ਖਿਲਾਫ ਟਰੱਕ ਡਰਾਈਵਰਾਂ ਦੀ ਰੈਲੀ, BC ਤੋਂ ਲੈ ਕੇ ਓਟਵਾ ਤੱਕ ਜਾਵੇਗੀ ਰੈਲੀ। ਅਮਰੀਕਾ ਦੇ ਬਾਰਡਰ ਤੇ ਮਰਨ ਵਾਲੇ ਪਰਿਵਾਰ ਦੀ ਹੋਈ ਪਹਿਚਾਣ, 65 ਲੱਖ ਦੇ ਕੇ ਜਾਣਾ ਸੀ ਅਮਰੀਕਾ। ਵੈਨਕੂਵਰ 'ਚ ਵਧੇ ਜਾਨਲੇਵਾ ਹਮਲੇ, ਵੈਨਕੂਵਰ ਪੁਲਿਸ ਨੇ ਜਾਰੀ ਕੀਤੀ ਵੀਡੀਓ। ਇੰਗਲੈਂਡ ਵੱਲੋਂ ਕੀਤਾ ਗਿਆ ਵੱਡਾ ਐਲਾਨ, ਹੁਣ ਨਹੀਂ ਪਵੇਗੀ ਕੋਵਿਡ ਟੈਸਟ ਦੀ ਲੋੜ। ਕੈਲਗਰੀ ਦੇ ਪੰਜਾਬੀ MP ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ, MP ਨੇ ਖੁਦ ਦਿੱਤੀ ਪੂਰੀ ਜਾਣਕਾਰੀ। ਅਤੇ ਅੰਟਾਰੀਓ ਵਿੱਚ 1 ਮਿਲੀਅਨ ਤੋਂ ਪਾਰ ਹੋਏ ਕੋਵਿਡ ਦੇ ਕੇਸ, 11,000 ਤੋਂ ਵੱਧ ਲੋਕਾਂ ਦੀ ਮੌਤ। ਸੋ ਇਹ ਸੀ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਸਰਕਾਰ ਵੱਲੋਂ 15 ਜਨਵਰੀ ਤੋਂ ਨਵਾਂ ਨਿਯਮ ਬਣਾ ਦਿੱਤਾ ਗਿਆ ਸੀ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਹੁਣ ਜੇਕਰ ਅਮਰੀਕਾ ਤੋਂ ਕੈਨੇਡਾ ਕੋਈ ਟਰੱਕ ਡਰਾਈਵਰ ਵੀ ਦਾਖਲ ਹੁੰਦਾ ਤਾਂ ਉਸ ਦਾ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਹੈ, ਨਹੀਂ ਤਾਂ ਉਸ ਨੂੰ 2 ਹਫ਼ਤੇ ਦਾ ਕੁਆਰੰਟੀਨ ਕਰਨਾ ਪਵੇਗਾ। ਜਿਸ ਦੇ ਵਿਰੋਧ ਵਿੱਚ ਇੱਕ ਵੱਡੀ ਟਰੱਕ ਰੈਲੀ ਨਿਕਲ ਰਹੀ ਹੈ ਜੋ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਓਟਵਾ ਤੱਕ ਜਾਵੇਗੀ ਅਤੇ ਇਸ ਨੂੰ ਸਮਰਥਨ ਵੀ ਮਿਲ ਰਿਹਾ ਤੇ 10 ਦਿਨ ਵਿੱਚ ਇਸ ਰੈਲੀ ਲਈ 35 ਲੱਖ ਤੋਂ ਵੱਧ ਡਾਲਰ ਵੀ ਇਕੱਠੇ ਹੋ ਚੁੱਕੇ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਵੀਕਐਂਡ ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ 2 ਟਰੱਕ ਰੈਲੀਆਂ ਕੱਢੀਆਂ ਗਈਆਂ। ਇੱਕ ਟਰੱਕ ਰੈਲੀ ਵਿੱਚ ਬਹੁਤੇ ਪੰਜਾਬੀ ਟਰੱਕ ਡਰਾਈਵਰ ਸ਼ਾਮਲ ਸਨ ਜੋ ਕਿ ਹਾਈਵੇ ਉੱਤੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ ਤੇ ਸਰਕਾਰ ਨੂੰ ਵੱਖ-ਵੱਖ ਮੰਗਾਂ ਨੂੰ ਲੈ ਕੇ ਉਹਨਾਂ ਨੇ ਇੱਕ ਟਰੱਕ ਰੈਲੀ ਕੱਢੀ। ਉੱਥੇ ਇੱਕ ਪਾਸੇ ਵੈਕਸੀਨ ਮੈਂਡੇਟ ਦੇ ਵਿਰੋਧ ਵਿੱਚ ਟਰੱਕ ਰੈਲੀ ਨਿਕਲੀ ਜੋ ਕਿ BC ਤੋਂ ਚੱਲ ਕੇ ਓਟਵਾ ਤੱਕ ਪਹੁੰਚੇਗੀ। ਇਸ ਟਰੱਕ ਰੈਲੀ ਵਿੱਚ ਸੈਂਕੜੇ ਟਰੱਕ ਡਰਾਈਵਰਾਂ ਦੇ ਭਾਗ ਲੈਣ ਦੀ ਉਮੀਦ ਹੈ। ਇਹ ਟਰੱਕ ਰੈਲੀ ਓਟਵਾ ਲਈ ਰਵਾਨਾ ਹੋ ਚੁੱਕੀ ਹੈ ਅਤੇ ਰਸਤੇ ਵਿੱਚ ਲੋਕ ਇਸ ਦਾ ਸਵਾਗਤ ਵੀ ਕਰ ਰਹੇ ਨੇ। 15 ਜਨਵਰੀ ਤੋਂ ਕੈਨੇਡਾ ਦੇ ਬਾਰਡਰ ਤੇ ਇੱਕ ਨਵਾਂ ਨਿਯਮ ਲਾਗੂ ਹੋ ਗਿਆ ਸੀ, ਜਿਸ ਵਿੱਚ ਹੁਣ ਟਰੱਕ ਡਰਾਈਵਰਾਂ ਦਾ ਕੈਨੇਡਾ ਦਾਖਲ ਹੋਣ ਤੋਂ ਪਹਿਲਾਂ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਹੈ, ਨਹੀਂ ਤਾਂ ਉਹਨਾਂ ਨੂੰ 2 ਹਫ਼ਤਿਆਂ ਦਾ ਕੁਆਰੰਟੀਨ ਕਰਨਾ ਪਵੇਗਾ, ਜਿਸ ਦੇ ਵਿਰੋਧ ਵਿੱਚ ਇਹ ਰੈਲੀ ਕੱਢੀ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਸਿਰਫ ਕੈਨੇਡਾ ਹੀ ਨਹੀਂ ਬਲਕਿ 22 ਜਨਵਰੀ ਤੋਂ ਅਮਰੀਕਾ ਵਾਲੇ ਪਾਸੇ ਵੀ ਇਹੀ ਨਿਯਮ ਲਾਗੂ ਹੋ ਗਿਆ ਹੈ। ਦ ਕੈਨੇਡੀਅਨ ਟਰੱਕਿੰਗ ਅਲਾਇੰਸ ਅਤੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਨਿਯਮ ਦੇ ਲਾਗੂ ਹੋਣ ਨਾਲ 26,000 ਤੋਂ ਲੈ ਕੇ 1,60,000 ਤੱਕ ਡਰਾਈਵਰ ਸਾਈਡ ਲਾਈਨ ਹੋ ਸਕਦੇ ਨੇ ਜੋ ਕਿ ਕੈਨੇਡਾ US ਬਾਰਡਰ ਤੇ ਆਰ-ਪਾਰ ਟਰੱਕ ਚਲਾਉਂਦੇ ਨੇ। ਇਸ ਟਰੱਕ ਰੈਲੀ ਦਾ ਸਮਰਥਨ ਕਰਨ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ। 14 ਜਨਵਰੀ ਨੂੰ ਇਸ ਸੰਬੰਧੀ ਇੱਕ ਫੰਡ ਰੇਜ਼ਰ GoFundMe ਤੇ ਸ਼ੁਰੂ ਕੀਤਾ ਗਿਆ ਸੀ, ਜਿੱਥੇ 10 ਦਿਨ ਦੇ ਵਿੱਚ ਹੁਣ ਤੱਕ 35 ਲੱਖ ਡਾਲਰ ਇਕੱਠਾ ਹੋ ਚੁੱਕਾ ਹੈ ਅਤੇ 40 ਲੱਖ ਡਾਲਰ ਇਕੱਠਾ ਕਰਨ ਦਾ ਗੋਲ ਰੱਖਿਆ ਹੈ ਜੋ ਜਲਦੀ ਹੀ ਪੂਰਾ ਹੋਣ ਦੀ ਸੰਭਾਵਨਾ ਹੈ। ਉਧਰ ਅੱਜ ਇਸ ਮਸਲੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸਪਸ਼ਟ ਬਿਆਨ ਦਿੱਤਾ। ਜਸਟਿਨ ਟਰੂਡੋ ਨੇ ਕਿਹਾ ਕਿ ਲਗਭਗ 90% ਕੈਨੇਡੀਅਨ ਟਰੱਕ ਡਰਾਈਵਰ ਇਸ ਵਕਤ ਫੁੱਲੀ ਵੈਕਸੀਨੇਟਡ ਨੇ ਅਤੇ ਉਹਨਾਂ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਕਾਂ ਵਿੱਚ ਇਹ ਬਿਆਨ ਦੇ ਕੇ ਡਰ ਫੈਲਾ ਰਹੇ ਨੇ ਕਿ ਇਸ ਮੈਂਡੇਟ ਦੇ ਨਾਲ ਕੈਨੇਡਾ ਵਿੱਚ ਮਹਿੰਗਾਈ ਵਧੇਗੀ ਅਤੇ ਸਪਲਾਈ ਚੇਨ ਨੂੰ ਵੀ ਫਰਕ ਪੈ ਸਕਦਾ ਹੈ, ਜਦਕਿ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦਾ ਕੁਝ ਵੀ ਨਹੀਂ ਹੋਵੇਗਾ। ਕੈਨੇਡਾ ਵੱਲੋਂ ਇਸ ਨਿਯਮ ਦਾ ਐਲਾਨ ਨਵੰਬਰ ਵਿੱਚ ਹੀ ਕਰ ਦਿੱਤਾ ਗਿਆ ਸੀ, ਪਰ ਇਹ ਲਾਗੂ 15 ਜਨਵਰੀ ਤੋਂ ਹੋਇਆ ਹੈ। ਇਸ ਮੈਂਡੇਟ ਨੂੰ ਰੋਕਣ ਦੇ ਲਈ ਵੱਖ-ਵੱਖ ਕੰਜ਼ਰਵੇਟਿਵ ਲੀਡਰਾਂ ਦੇ ਬਿਆਨ ਆਏ ਨੇ, ਜਿਸ ਵਿੱਚ ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਵੀ ਬਿਆਨ ਦਿੱਤਾ ਕਿ ਇਸ ਮੈਂਡੇਟ ਨੂੰ ਰੋਕ ਦੇਣਾ ਚਾਹੀਦਾ ਹੈ। ਸੋਮਵਾਰ ਨੂੰ ਉਹਨਾਂ ਨੇ ਆਪਣੇ ਟਵਿੱਟਰ ਤੇ ਇੱਕ ਫੋਟੋ ਵੀ ਸ਼ੇਅਰ ਕੀਤੀ ਜਿਸ ਵਿੱਚ ਸੁਪਰਮਾਰਕੀਟ ਦੀਆਂ ਕੁਝ ਸ਼ੈਲਫਸ ਖਾਲੀ ਪਈਆਂ ਨੇ ਅਤੇ ਕਿਹਾ ਕਿ US ਅਤੇ ਕੈਨੇਡਾ ਦੋਨਾਂ ਨੂੰ ਹੀ ਇਸ ਬਾਰੇ ਸੋਚਣਾ ਚਾਹੀਦਾ ਹੈ, ਨਹੀਂ ਤਾਂ ਇਸ ਨਾਲ ਕੋਈ ਕ੍ਰਾਈਸਿਸ ਪੈਦਾ ਹੋਵੇਗਾ। ਜਦਕਿ ਕੰਜ਼ਰਵੇਟਿਵ ਦੇ ਫਾਈਨੈਂਸ ਕ੍ਰਿਕ ਵੱਲੋਂ ਵੀ ਲਾਸਟ ਵੀਕ ਇਸੇ ਤਰੀਕੇ ਦਾ ਬਿਆਨ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਹਾਰਡ ਵਰਕਿੰਗ ਟਰੱਕਰਸ ਤੇ ਇਸ ਤਰੀਕੇ ਦਾ ਨਿਯਮ ਲਾਗੂ ਕੀਤਾ ਗਿਆ ਤਾਂ ਇਸ ਨਾਲ ਮਹਿੰਗਾਈ ਵੱਧ ਜਾਵੇਗੀ। ਜਦਕਿ ਕੰਜ਼ਰਵੇਟਿਵ ਲੀਡਰ ਵੱਲੋਂ ਵੀ ਅੱਜ ਇੱਕ ਛੋਟਾ ਜਿਹਾ ਬਿਆਨ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਥੋੜਾ ਸਮਰਥਨ ਵੀ ਕੀਤਾ, ਪਰ ਨਾਲ ਇਹ ਵੀ ਕਿਹਾ ਕਿ ਉਹ ਟਰੱਕ ਡਰਾਈਵਰਾਂ ਨੂੰ ਵੈਕਸੀਨ ਲਵਾਉਣ ਲਈ ਉਤਸ਼ਾਹਿਤ ਕਰਦੇ ਨੇ ਜੋ ਕਿ ਇਸ ਵਕਤ ਸਾਰਿਆਂ ਲਈ ਵਧੀਆ ਹੋਵੇਗਾ। ਹਾਲਾਂਕਿ ਕੈਨੇਡਾ ਦੀ ਵੱਡੀ ਐਸੋਸੀਏਸ਼ਨ ਦਾ ਕੈਨੇਡੀਅਨ ਟਰੱਕਿੰਗ ਅਲਾਇੰਸ ਨੇ ਕਿਹਾ ਕਿ ਉਹਨਾਂ ਦਾ ਇਸ ਵਿਰੋਧ ਪ੍ਰਦਰਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਹ ਇਸ ਹੱਕ ਵਿੱਚ ਨਹੀਂ ਕਿ ਪਬਲਿਕ ਹਾਈਵੇ ਉੱਤੇ ਕੋਈ ਐਡਾ ਵੱਡਾ ਰੋਸ ਪ੍ਰਦਰਸ਼ਨ ਕੱਢਿਆ ਜਾਵੇ।
ਜਦਕਿ ਇਸ ਰੋਸ ਪ੍ਰਦਰਸ਼ਨ ਨੂੰ ਆਰਗੇਨਾਈਜ਼ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਹੁਣ ਇਸ ਤੋਂ ਪਿੱਛੇ ਨਹੀਂ ਹਟਣਗੇ ਅਤੇ ਉਹ ਓਟਾਵਾ ਲਈ ਨਿਕਲ ਚੁੱਕੇ ਨੇ ਅਤੇ ਆਪਣੀ ਮੰਜ਼ਿਲ ਤੇ ਜਾ ਕੇ ਵੀ ਰੋਸ ਪ੍ਰਦਰਸ਼ਨ ਕਰਨਗੇ। ਉਹਨਾਂ ਨੇ ਇਸ ਰੈਲੀ ਦਾ ਨਾਮ ਫਰੀडम ਰੈਲੀ ਰੱਖਿਆ ਹੈ। ਮੈਨੀਟੋਬਾ 'ਚ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਤੇ ਮਰਨ ਵਾਲੇ ਪਰਿਵਾਰ ਦੀ ਪਹਿਚਾਣ ਹੋ ਗਈ ਹੈ। ਇਹ ਪਰਿਵਾਰ ਗੁਜਰਾਤ ਦਾ ਨਿਕਲਿਆ ਜਿਨ੍ਹਾਂ ਨੇ ਅਮਰੀਕਾ ਪਹੁੰਚਣ ਲਈ ਇੱਕ ਏਜੰਟ ਨੂੰ 65 ਲੱਖ ਰੁਪਏ ਦਿੱਤੇ ਸਨ। ਇਹ ਖਬਰ ਇੱਕ ਭਾਰਤੀ ਅਦਾਰੇ ਵੱਲੋਂ ਛਾਪੀ ਗਈ ਹੈ ਜਿਨ੍ਹਾਂ ਨੇ ਇਸ ਪਿੰਡ ਤੋਂ ਜਾ ਕੇ ਇਸ ਦੀ ਪੂਰੀ ਛਾਣਬੀਣ ਕੀਤੀ ਹੈ, ਜਿਸ ਵਿੱਚ ਇਹ ਸਾਹਮਣੇ ਆਇਆ ਕਿ ਇਸ ਪਿੰਡ ਤੋਂ 1800 ਤੋਂ ਵੱਧ ਲੋਕ ਅਮਰੀਕਾ 'ਚ ਰਹਿੰਦੇ ਸਨ ਤੇ ਇਹ ਪਰਿਵਾਰ ਵੀ ਅਮਰੀਕਾ ਜਾਣਾ ਚਾਹੁੰਦਾ ਸੀ, ਜਿਸ ਲਈ 65 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਗਿਆ ਸੀ, ਪਰ ਜਿਸ ਦੇ ਬਦਲੇ ਇਹਨਾਂ ਦੀ ਅਮਰੀਕਾ ਦੇ ਬਾਰਡਰ ਤੋਂ ਮਹਿਜ 40 ਫੁੱਟ ਦੂਰੀ ਤੇ ਮੌਤ ਹੋ ਗਈ। ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਅਮਰੀਕਾ ਦਾ ਬਾਰਡਰ ਪਾਰ ਕਰਨ ਦੀ ਕੋਸ਼ਿਸ਼ 'ਚ ਠੰਡ ਨਾਲ ਮਰਨ ਵਾਲੇ ਭਾਰਤੀ ਪਰਿਵਾਰ ਦੀ ਪਹਿਚਾਣ ਹੋ ਗਈ ਹੈ। ਇਹ ਪਰਿਵਾਰ ਗੁਜਰਾਤ ਨਾਲ ਸੰਬੰਧਿਤ ਹੈ, ਜਿਨ੍ਹਾਂ ਦਾ ਪਿੰਡ ਗਾਂਧੀ ਨਗਰ ਤੋਂ ਮਹਿਜ 12 ਕਿਲੋਮੀਟਰ ਦੂਰ ਡਿੰਗੂਚਾ ਦੱਸਿਆ ਜਾ ਰਿਹਾ ਹੈ। ਇਸ ਪਰਿਵਾਰ ਵਿੱਚ 4 ਮੈਂਬਰ ਸ਼ਾਮਲ ਸਨ, ਜਿਸ ਵਿੱਚ ਇਸ ਪਰਿਵਾਰ ਦਾ ਮੁਖੀ ਜਗਦੀਸ਼ ਪਟੇਲ ਉਮਰ 35 ਸਾਲ, ਉਸ ਦੀ ਪਤਨੀ ਵਿਸ਼ਾਲੀ ਪਟੇਲ ਉਮਰ 33 ਸਾਲ ਅਤੇ ਉਹਨਾਂ ਦੇ 2 ਬੱਚੇ, ਜਿਸ ਵਿੱਚ ਲੜਕੀ ਵਿਹੰਗੀ ਪਟੇਲ ਉਮਰ 12 ਸਾਲ ਅਤੇ ਧਾਰਮਿਕ ਪਟੇਲ ਉਮਰ 3 ਸਾਲ ਦੱਸੀ ਜਾ ਰਹੀ ਹੈ। ਇਸ ਪਰਿਵਾਰ ਨੇ ਇੱਕ ਏਜੰਟ ਨੂੰ 65 ਲੱਖ ਰੁਪਏ ਦਿੱਤੇ ਸਨ ਤਾਂ ਕਿ ਉਹ ਬਿਨਾਂ ਵੀਜ਼ੇ ਤੋਂ ਉਹਨਾਂ ਨੂੰ ਅਮਰੀਕਾ ਲੈ ਜਾਵੇ ਅਤੇ ਅਮਰੀਕਾ ਦੇ ਬਾਰਡਰ ਤੋਂ ਮਹਿਜ 40 ਫੁੱਟ ਦੂਰ ਉਹਨਾਂ ਦਾ ਸੁਪਨਾ ਟੁੱਟਦਾ ਤੇ ਉਹਨਾਂ ਦੀ ਉੱਥੇ ਠੰਡ ਨਾਲ ਮੌਤ ਹੋ ਜਾਂਦੀ ਹੈ। ਨਿਊਜ਼ ਅਦਾਰਾ ਦਾ ਵਾਇਰ ਵੱਲੋਂ ਇਸ ਸੰਬੰਧੀ ਇੱਕ ਵਿਸਥਾਰਿਤ ਰਿਪੋਰਟ ਛਾਪੀ ਗਈ ਹੈ, ਜਿਸ ਵਿੱਚ ਉਹਨਾਂ ਦੇ ਪਿੰਡ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸ ਰਿਪੋਰਟ ਅਨੁਸਾਰ ਇਸ ਪਿੰਡ ਵਿੱਚੋਂ ਲਗਭਗ 1800 ਲੋਕ ਅਮਰੀਕਾ ਵਿੱਚ ਵਸਦੇ ਨੇ ਅਤੇ ਬਹੁਤੇ ਲੋਕ ਅਮਰੀਕਾ ਜਾਣ ਦਾ ਸੁਪਨਾ ਵੀ ਰੱਖਦੇ ਨੇ। ਅਮਰੀਕਾ ਦੇ ਬਾਰਡਰ ਨੇੜੇ ਮਰਨ ਵਾਲੇ ਪਰਿਵਾਰ ਦਾ ਮੁਖੀ ਜਗਦੀਸ਼ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਾਉਂਦਾ ਸੀ ਅਤੇ ਉਹ ਵੀ ਆਪਣੇ ਪਰਿਵਾਰ ਸਮੇਤ ਅਮਰੀਕਾ ਜਾਣ ਦਾ ਸੁਪਨਾ ਦੇਖ ਰਿਹਾ ਸੀ। ਇਸ ਮੀਡੀਆ ਰਿਪੋਰਟ ਦੇ ਅਨੁਸਾਰ ਗੁਜਰਾਤ ਦੇ ਕਈ ਹੋਰ ਲੋਕਾਂ ਨਾਲ ਵੀ ਇਸ ਤਰੀਕੇ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਅਤੇ ਤਾਜ਼ਾ ਘਟਨਾ ਦੇ ਨਾਲ ਇਸ ਪਿੰਡ ਵਿੱਚ ਕਾਫੀ ਉਦਾਸੀ ਛਾਈ ਹੋਈ ਹੈ ਕਿ ਉਹਨਾਂ ਦੇ ਪਿੰਡ ਦਾ ਇੱਕ ਪੂਰਾ ਪਰਿਵਾਰ ਇਸ ਤਰੀਕੇ ਨਾਲ ਮਾਰਿਆ ਗਿਆ। ਇਸ ਮਾਮਲੇ ਵਿੱਚ ਫਲੋਰੀਡਾ ਦੇ ਇੱਕ 47 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਉਮੀਦ ਇਹ ਹੈ ਕਿ ਉਸ ਤੋਂ ਜਲਦੀ ਹੀ ਜ਼ਮਾਨਤ ਵੀ ਮਿਲ ਸਕਦੀ ਹੈ, ਪਰ ਉਸ ਤੋਂ ਜ਼ਮਾਨਤ ਕੁਝ ਸ਼ਰਤਾਂ ਤੇ ਮਿਲੇਗੀ। ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਤਰੀਕੇ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ, ਜਿੱਥੇ ਭਾਰਤ 'ਚ ਮੌਜੂਦ ਏਜੰਟ ਇੱਕ ਨੈਟਵਰਕ ਨਾਲ ਜੁੜੇ ਹੁੰਦੇ ਨੇ, ਜਿੱਥੋਂ ਅੱਗੇ ਤੇ ਅੱਗੇ ਲੋਕਾਂ ਨੂੰ ਪੈਸੇ ਦੇ ਕੇ ਲੋਕਾਂ ਨੂੰ ਬਾਹਰਲੇ ਮੁਲਕਾਂ 'ਚ ਪਹੁੰਚਾਉਂਦੇ ਨੇ ਅਤੇ ਕਈ ਵਾਰ ਇਸ ਤਰੀਕੇ ਦੀਆਂ ਘਟਨਾਵਾਂ ਵੀ ਵਾਪਰੀਆਂ ਨੇ, ਜਿਸ ਵਿੱਚ ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਘਟਨਾ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਸੀ, ਜਿਸ ਵਿੱਚ ਉਹਨਾਂ ਨੇ ਇਸ ਘਟਨਾ ਨੂੰ ਇੱਕ ਵੱਡਾ ਤੂਫਾਨ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਅਮਰੀਕਾ ਨਾਲ ਮਿਲ ਕੇ ਅਜਿਹੀ ਮਨੁੱਖੀ ਤਸਕਰੀ ਦੀਆਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਅਕਸਰ ਕਰਦੇ ਰਹਿੰਦੇ ਨੇ, ਜਦਕਿ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀ ਇਸ ਉੱਤੇ ਨੋਟਿਸ ਲਿਆ ਗਿਆ ਸੀ ਅਤੇ ਭਾਰਤੀ ਕੌਂਸਲੇਟ ਦੇ ਅਧਿਕਾਰੀ ਕੈਨੇਡਾ ਅਤੇ ਅਮਰੀਕਾ ਵਿੱਚ ਇਸ ਘਟਨਾ ਨਾਲ ਸੰਬੰਧਿਤ ਜਾਂਚ ਵਿੱਚ ਸ਼ਾਮਲ ਹੋ ਰਹੇ ਨੇ। ਦੂਜੇ ਪਾਸੇ ਮੈਨੀਟੋਬਾ ਵਿੱਚ ਵਸਦੇ ਗੁਜਰਾਤੀ ਅਤੇ ਹੋਰ ਭਾਰਤੀ ਭਾਈਚਾਰੇ ਵੱਲੋਂ ਵੀ ਇਸ ਘਟਨਾ ਤੇ ਦੁੱਖ ਜਤਾਇਆ ਜਾ ਰਿਹਾ ਹੈ ਅਤੇ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਆਖੀ ਜਾ ਰਹੀ ਹੈ। ਵੈਨਕੂਵਰ 'ਚ ਬੀਤੇ ਕਈ ਦਿਨਾਂ ਤੋਂ ਚਾਕੂ ਮਾਰ ਕੇ ਜ਼ਖਮੀ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜਿਸ ਨੂੰ ਲੈ ਕੇ ਵੈਨਕੂਵਰ ਪੁਲਿਸ ਨੇ ਭਾਰੀ ਚਿੰਤਾ ਪ੍ਰਗਟ ਕੀਤੀ ਹੈ ਤੇ ਇਸ ਨੂੰ ਲੈ ਕੇ ਅੱਜ ਵੈਨਕੂਵਰ ਪੁਲਿਸ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇੱਕ ਹਮਲਾਵਰ ਇੱਕ ਨੌਜਵਾਨ ਦੇ ਚਾਕੂ ਮਾਰਦਾ ਦਿਖਾਈ ਦੇ ਰਿਹਾ। ਇਸ ਸੰਬੰਧੀ ਪੁਲਿਸ ਵੱਲੋਂ ਅਪੀਲ ਵੀ ਕੀਤੀ ਗਈ ਹੈ। ਵੈਨਕੂਵਰ ਡਾਊਨਟਾਊਨ 'ਚ ਇਸ ਵਕਤ ਸਟੈਬਿੰਗ ਦੀਆਂ ਕਈ ਘਟਨਾਵਾਂ ਵਾਪਰੀਆਂ ਨੇ, ਜਿਸ ਨੂੰ ਲੈ ਕੇ ਵੈਨਕੂਵਰ ਪੁਲਿਸ ਕਾਫੀ ਚਿੰਤਾ ਵਿੱਚ ਨਜ਼ਰ ਆ ਰਹੀ ਹੈ। ਇਸ ਸੰਬੰਧੀ ਵੈਨਕੂਵਰ ਪੁਲਿਸ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਵੀ ਜਾਰੀ ਕੀਤੀ ਗਈ ਹੈ ਤੇ ਇਸ ਦੇ ਨਾਲ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਇੱਕ ਨੌਜਵਾਨ ਉੱਤੇ ਦੂਜਾ ਵਿਅਕਤੀ ਕਿਸ ਤਰੀਕੇ ਨਾਲ ਚਾਕੂ ਦੇ ਨਾਲ ਹਮਲਾ ਕਰਦਾ ਹੈ। ਇਸ ਸੰਬੰਧੀ ਵੈਨਕੂਵਰ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ 22 ਜਨਵਰੀ ਨੂੰ ਸਵੇਰੇ 6:20 ਤੇ ਵਾਪਰੀ, ਜਦੋਂ ਵੈਨਕੂਵਰ ਦੇ ਹਾਰਬਰ ਸੈਂਟਰ ਦੇ ਇੱਕ ਟਿਮ ਹਾਰਟਨ ਤੇ ਇੱਕ ਲਾਈਨ ਵਿੱਚ ਖੜੇ ਵਿਅਕਤੀ ਉੱਤੇ ਇੱਕ ਦੂਜੇ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਸ ਤੇ ਜਾਨਲੇਵਾ ਸੱਟਾਂ ਲੱਗੀਆਂ ਨੇ ਅਤੇ ਉਹ ਇਸ ਵਕਤ ਹਸਪਤਾਲ ਵਿੱਚ ਦਾਖਲ ਹੈ।
ਜਾਣਕਾਰੀ ਅਨੁਸਾਰ ਪੀੜਤ ਹੱਲੇ ਕੁਝ ਸਮਾਂ ਪਹਿਲਾਂ ਹੀ ਕੈਨੇਡਾ 'ਚ ਆਇਆ ਸੀ ਅਤੇ ਉਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਇਸ ਸੰਬੰਧੀ ਪੁਲਿਸ ਨੇ ਵੀਡੀਓ ਜਾਰੀ ਕਰਕੇ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਕੁਝ ਹੋਰ ਘਟਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਡਾਊਨਟਾਊਨ ਈਸਟ ਸਾਈਡ ਤੇ ਵਾਪਰੀਆਂ, ਜਿਸ ਵਿੱਚ ਪੁਲਿਸ ਵੱਲੋਂ ਦੱਸਿਆ ਗਿਆ ਕਿ ਬੁੱਧਵਾਰ ਸਵੇਰੇ 4:30 ਵਜੇ ਵੀ ਇੱਕ ਘਟਨਾ ਵਾਪਰੀ ਸੀ ਜਦੋਂ ਇੱਕ ਕਨਵੀਨੀਅੰਸ ਸਟੋਰ ਉੱਤੇ ਇੱਕ 29 ਸਾਲ ਦੇ ਨੌਜਵਾਨ ਤੇ ਚਾਕੂ ਨਾਲ ਹਮਲਾ ਹੋਇਆ ਸੀ, ਜੋ ਇਸ ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਉਸ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਰਾਤ ਨੂੰ 1:30 ਵਜੇ ਇੱਕ ਸਟਰੀਟ ਫਾਈਟ ਹੁੰਦੀ ਹੈ ਜਿਸ ਵਿੱਚ 2 ਲੋਕ ਜ਼ਖਮੀ ਹੁੰਦੇ ਨੇ, ਜਿਸ ਵਿੱਚ ਇੱਕ ਵਿਅਕਤੀ ਦੇ ਚਿਹਰੇ ਉੱਤੇ ਸੱਟਾਂ ਲੱਗੀਆਂ ਹੁੰਦੀਆਂ ਨੇ ਤੇ ਦੂਜੇ ਵਿਅਕਤੀ ਦੇ ਸਿਰ ਵਿੱਚ ਸੱਟ ਲੱਗੀ ਹੈ। ਜਿਸ ਮਾਮਲੇ ਵਿੱਚ ਪੁਲਿਸ ਨੂੰ ਇੱਕ 5 ਫੁੱਟ 8 ਇੰਚ ਦੇ ਵਿਅਕਤੀ ਦੀ ਭਾਲ ਹੈ। ਇਸ ਦੇ ਨਾਲ ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਬੀਤੀ ਸ਼ਾਮ ਵੀ ਇੱਕ ਘਟਨਾ ਵਾਪਰੀ ਜਿੱਥੇ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਵੀਡੀਓ ਪਾਈ ਕਿ ਉਸ ਦੇ ਚਾਕੂ ਮਾਰਿਆ ਗਿਆ ਤੇ ਉਸ ਦੇ ਖੂਨ ਵਹਿ ਰਿਹਾ ਤੇ ਉਸ ਦੀ ਮੌਤ ਹੋਣ ਵਾਲੀ ਹੈ। ਜਿਸ ਤੋਂ ਬਾਅਦ ਤੁਰੰਤ ਪੁਲਿਸ ਕੋਲੰਬੀਆ ਸਟਰੀਟ ਤੇ ਸਥਿਤ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਪਹੁੰਚੀ ਅਤੇ ਉਸ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ। ਉਸ ਦਾ ਕਹਿਣਾ ਹੈ ਕਿ ਇਹਨਾਂ ਸਾਰੀਆਂ ਘਟਨਾਵਾਂ ਦੀ ਜਾਂਚ ਹੱਲੇ ਸ਼ੁਰੂਆਤੀ ਦੌਰ ਵਿੱਚ ਹੈ ਅਤੇ ਹੱਲੇ ਇਹ ਵੀ ਨਹੀਂ ਪਤਾ ਲੱਗਿਆ ਕਿ ਕਿਸ ਮੰਤਵ ਨਾਲ ਇਹ ਅਟੈਕ ਕੀਤੇ ਗਏ ਨੇ। ਔਰ ਖਾਸ ਤੌਰ ਤੇ 22 ਤਰੀਕ ਨੂੰ ਟਿਮ ਹਾਰਟਨ ਵਿੱਚ ਵਾਪਰੀ ਘਟਨਾ ਬਾਰੇ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਵੀ ਪੀੜਤ ਹਮਲਾਵਰ ਨੂੰ ਨਹੀਂ ਜਾਣਦਾ ਸੀ ਅਤੇ ਇੱਥੋਂ ਤੱਕ ਪੀੜਤ ਹਾਲੇ ਨਵਾਂ ਕੈਨੇਡਾ ਵਿੱਚ ਆਇਆ ਸੀ ਅਤੇ ਬਹੁਤੀ ਅੰਗਰੇਜ਼ੀ ਵੀ ਨਹੀਂ ਬੋਲਦਾ ਸੀ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਵੈਨਕੂਵਰ ਪੁਲਿਸ ਇਸ ਵਕਤ ਕਾਫੀ ਚਿੰਤਾ ਵਿੱਚ ਹੈ ਅਤੇ ਪੁਲਿਸ ਵੱਲੋਂ ਇਹਨਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਸੰਬੰਧੀ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਵੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ। ਕੈਨੇਡਾ ਤੋਂ ਇੰਗਲੈਂਡ ਜਾਣ ਵਾਲੇ ਯਾਤਰੀਆਂ ਲਈ ਇੱਕ ਰਾਹਤ ਦੀ ਖਬਰ ਹੈ। ਜੇਕਰ ਤੁਸੀਂ ਇੰਗਲੈਂਡ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਉਸ 'ਚ ਹੁਣ ਤੁਹਾਨੂੰ ਟੈਸਟ ਕਰਾਉਣ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਬਸ਼ਰਤੇ ਤੁਹਾਡੇ ਵੈਕਸੀਨ ਲੱਗੀ ਹੋਵੇ। ਇੰਗਲੈਂਡ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੇ ਯਾਤਰੀ ਉਹਨਾਂ ਦੇ ਮੁਲਕ 'ਚ ਆਉਣਗੇ ਜੇਕਰ ਉਹ ਫੁੱਲੀ ਵੈਕਸੀਨੇਟਡ ਨੇ ਤਾਂ ਉਹਨਾਂ ਨੂੰ ਹੁਣ ਅਰਾਈਵਲ ਤੇ ਕੋਈ ਟੈਸਟ ਕਰਾਉਣ ਦੀ ਲੋੜ ਨਹੀਂ ਹੋਵੇਗੀ, ਜਦਕਿ ਬਿਨਾਂ ਵੈਕਸੀਨੇਟ ਦੇ ਲੋਕਾਂ ਨੂੰ ਕੁਆਰੰਟੀਨ ਅਤੇ ਹੋਰ ਨਿਯਮਾਂ ਦਾ ਪਾਲਣ ਕਰਨਾ ਪਵੇਗਾ। ਇੰਗਲੈਂਡ ਦੀ ਸਰਕਾਰ ਵੱਲੋਂ ਲਗਾਤਾਰ ਕੋਵਿਡ-19 ਦੀਆਂ ਹਦਾਇਤਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਅਤੇ ਇਸ ਦੌਰਾਨ ਕੁਝ ਵੱਡੀਆਂ ਰਿਆਇਤਾਂ ਦਿੱਤੀਆਂ ਗਈਆਂ ਨੇ। ਇਸੇ ਤਰੀਕੇ ਦੀ ਰਿਆਇਤ ਹੁਣ ਇੰਗਲੈਂਡ ਜਾਣ ਵਾਲੇ ਯਾਤਰੀਆਂ ਨੂੰ ਵੀ ਦਿੱਤੀ ਗਈ ਹੈ, ਜਿਸ ਵਿੱਚ ਹੁਣ ਇੰਗਲੈਂਡ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਵਿਅਕਤੀ ਫੁੱਲੀ ਵੈਕਸੀਨੇਟਡ ਹੈ ਤਾਂ ਉਸ ਨੂੰ ਕੋਈ ਵੀ ਅਰਾਈਵਲ ਟੈਸਟ ਕਰਾਉਣ ਦੀ ਲੋੜ ਨਹੀਂ ਹੈ। ਉਹ ਬਿਨਾਂ ਕੋਵਿਡ-19 ਦਾ ਟੈਸਟ ਕਰਵਾਏ ਇੰਗਲੈਂਡ ਵਿੱਚ ਦਾਖਲ ਹੋ ਸਕਦਾ ਹੈ, ਬਸ਼ਰਤੇ ਉਸ ਦੇ ਦੋਵੇਂ ਟੀਕੇ ਵੈਕਸੀਨ ਦੇ ਲੱਗੇ ਹੋਣ। ਇਹ ਨਵਾਂ ਨਿਯਮ ਇੰਗਲੈਂਡ ਦੇ ਵਿੱਚ ਫਰਵਰੀ 11 ਤੋਂ ਲਾਗੂ ਹੋ ਜਾਵੇਗਾ। ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਉਹਨਾਂ ਦੀ ਕੰਟਰੀ ਬਿਜ਼ਨਸ ਲਈ ਖੁੱਲੀ ਹੈ ਅਤੇ ਹੁਣ ਉਹ ਯਾਤਰੀਆਂ ਲਈ ਭਾਵ ਕਿ ਟਰੈਵਲਰਸ ਲਈ ਵੀ ਖੁੱਲੀ ਹੈ ਅਤੇ ਉਹਨਾਂ ਨੇ ਕਿਹਾ ਕਿ ਹੁਣ ਹੋਰ ਜ਼ਿਆਦਾ ਟੈਸਟ ਦੀ ਲੋੜ ਨਹੀਂ ਪਵੇਗੀ ਬਸ਼ਰਤੇ ਲੋਕ ਫੁੱਲੀ ਵੈਕਸੀਨੇਟਡ ਹੋਣ। ਟੂਰਿਜ਼ਮ ਇੰਡਸਟਰੀ ਵੱਲੋਂ ਇਸ ਨੂੰ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀਤੇ 2 ਸਾਲ ਤੋਂ ਟੂਰਿਜ਼ਮ ਇੰਡਸਟਰੀ ਖਾਸ ਤੌਰ ਤੇ ਪ੍ਰਭਾਵਿਤ ਹੋਈ ਹੈ ਕਿਉਂਕਿ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਟਰੈਵਲ ਉੱਤੇ ਹੀ ਬੈਨ ਲਾਇਆ ਗਿਆ ਸੀ ਤਾਂ ਕਿ ਕੋਵਿਡ-19 ਦਾ ਫੈਲਾਅ ਨਾ ਹੋ ਸਕੇ। ਪਰ ਹੁਣ ਵੈਕਸੀਨ ਦੇ ਆਉਣ ਤੋਂ ਬਾਅਦ ਅਤੇ ਉਸ ਤੋਂ ਬਾਅਦ ਕੋਵਿਡ-19 ਦੇ ਇਲਾਜ ਦੀ ਗੋਲੀ ਆਉਣ ਤੋਂ ਬਾਅਦ ਇੰਗਲੈਂਡ ਵੱਲੋਂ ਹੁਣ ਇਹ ਹਦਾਇਤਾਂ ਹਟਾ ਲਈਆਂ ਗਈਆਂ ਨੇ। ਇੰਗਲੈਂਡ ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਟਰੈਵਲ ਪਾਬੰਦੀਆਂ ਦੇ ਨਾਲ ਕੋਵਿਡ-19 ਦੇ ਫੈਲਾਅ ਨੂੰ ਨਹੀਂ ਰੋਕਿਆ ਜਾ ਸਕਦਾ ਅਤੇ ਪਿਛਲੇ 2 ਸਾਲਾਂ ਵਿੱਚ ਇਹ ਲੋਕਾਂ ਨੇ ਵੇਖ ਵੀ ਲਿਆ, ਜਿਸ ਕਰਕੇ ਹੁਣ ਇਹ ਪਾਬੰਦੀਆਂ ਹਟਾ ਲਈਆਂ ਗਈਆਂ ਨੇ ਅਤੇ ਜਿਹੜੇ ਲੋਕ ਅਨਵੈਕਸੀਨੇਟਡ ਹੋਣਗੇ ਉਹਨਾਂ ਨੂੰ ਸਖਤ ਟੈਸਟਿੰਗ ਹਦਾਇਤਾਂ ਅਤੇ ਕੁਆਰੰਟੀਨ ਰੂਲਸ ਦੇ ਵਿੱਚ ਦੀ ਲੰਘਣਾ ਪਵੇਗਾ। ਇਹ ਰਿਆਇਤਾਂ ਸਿਰਫ ਫੁੱਲੀ ਵੈਕਸੀਨੇਟਡ ਲੋਕਾਂ ਲਈ ਹੀ ਜਾਰੀ ਕੀਤੀਆਂ ਗਈਆਂ ਨੇ। ਵੈਕਸੀਨ ਦੇ ਵਿਰੋਧੀ ਲੋਕਾਂ ਵੱਲੋਂ ਹਾਲੇ ਵੀ ਲੀਡਰਾਂ ਦੇ ਘਰਾਂ ਨੂੰ ਘੇਰਨਾ ਜਾਰੀ ਹੈ। ਬੀਤੇ ਦਿਨੀ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਕੈਲਗਰੀ ਦੇ ਮੇਅਰ ਦਾ ਘਰ ਛੁੱਟੀ ਵਾਲੇ ਦਿਨ ਘੇਰਿਆ ਗਿਆ ਅਤੇ ਹੁਣ ਇਸੇ ਤਰੀਕੇ ਨਾਲ ਕੈਲਗਰੀ ਸਕਾਈਵਿਊ ਤੋਂ ਲਿਬਰਲ MP ਜਾਰਜ ਚਾਹਲ ਦਾ ਘਰ ਵੀ ਘੇਰਿਆ ਗਿਆ। ਇਸ ਸਮੇਂ ਜਾਰਜ ਚਾਹਲ ਨੇ ਇੱਕ ਤਸਵੀਰ ਸਾਂਝੀ ਕੀਤੀ ਕਿ ਜਿਸ ਦੌਰਾਨ ਉਹ ਆਪਣੀ ਪਤਨੀ ਦਾ ਜਨਮ ਦਿਨ ਮਨਾ ਰਹੇ ਸੀ, ਉਸੇ ਦਿਨ ਇਹ ਲੋਕ ਬਾਹਰ ਖੜੇ ਸਾਨੂੰ ਡਰਾ ਰਹੇ ਸਨ। ਕੈਲਗਰੀ ਵਿੱਚ ਵੈਕਸੀਨ ਦੇ ਵਿਰੋਧ 'ਚ ਵੱਡੇ ਲੀਡਰਾਂ ਦੇ ਘਰ ਦਾ ਘਿਰਾਓ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਬੀਤੇ ਦਿਨ ਕੈਲਗਰੀ ਸਕਾਈਵਿਊ ਤੋਂ ਐਮਪੀ ਜਾਰਜ ਚਾਹਲ ਦੇ ਘਰ ਦਾ ਘਿਰਾਓ ਕੀਤਾ ਗਿਆ, ਜਿਸ ਸੰਬੰਧੀ ਜਾਰਜ ਚਾਹਲ ਵੱਲੋਂ ਆਪਣੇ ਟਵਿੱਟਰ ਹੈਂਡਲ ਤੇ ਇੱਕ ਫੋਟੋ ਵੀ ਪੋਸਟ ਕੀਤੀ ਗਈ ਹੈ ਅਤੇ ਕਿਹਾ ਕਿ ਦੁਪਹਿਰ ਨੂੰ ਉਹਨਾਂ ਦੇ ਘਰ ਦੇ ਬਾਹਰ ਪ੍ਰਦਰਸ਼ਨਕਾਰੀ ਇਕੱਠੇ ਹੋਏ, ਜਿਸ ਦੌਰਾਨ ਉਹਨਾਂ ਦਾ ਪੂਰਾ ਪਰਿਵਾਰ ਘਰ ਵਿੱਚ ਸੀ ਅਤੇ ਉਹ ਆਪਣੀ ਪਤਨੀ ਦਾ ਜਨਮ ਦਿਨ ਮਨਾ ਰਹੇ ਸਨ। ਜਾਰਜ ਚਾਹਲ ਵੱਲੋਂ ਇਸ ਟਵੀਟ ਵਿੱਚ ਦੋਸ਼ ਲਾਏ ਗਏ ਕਿ ਉਹ ਲੋਕ ਸਾਨੂੰ ਡਰਾਉਣ ਆਏ ਸਨ। ਜਾਰਜ ਚਾਹਲ ਨੇ ਕਿਹਾ ਕਿ ਉਹਨਾਂ ਦੀਆਂ 3 ਬੇਟੀਆਂ ਨੇ ਜੋ ਕਿ ਜਿਨ੍ਹਾਂ ਦੀ ਉਮਰ 17, 13 ਅਤੇ 9 ਸਾਲ ਹੈ ਅਤੇ ਉਹਨਾਂ ਨੂੰ ਘੱਟੋ ਘੱਟ ਆਪਣੇ ਘਰ ਵਿੱਚ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ। ਸੋ ਜਾਰਜ ਚਾਹਲ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਡਰਾਉਣ ਲਈ ਆਏ ਸਨ। ਜਿਹੜੇ ਲੋਕ ਪ੍ਰਦਰਸ਼ਨ ਕਰਨ ਆਏ ਸਨ ਉਹਨਾਂ ਦੇ ਹੱਥਾਂ ਵਿੱਚ ਵੈਕਸੀਨ ਦੇ ਵਿਰੋਧ ਦੇ ਸਾਈਨ ਬੋਰਡ ਵੀ ਫੜੇ ਹੋਏ ਸਨ। ਇੱਥੇ ਜ਼ਿਕਰਯੋਗ ਹੈ ਕਿ ਜਾਰਜ ਚਾਹਲ ਤੋਂ ਪਹਿਲਾਂ ਕੈਲਗਰੀ ਦੀ ਮੇਅਰ ਜੋਤੀ ਗੰਡੋਕ ਦੇ ਘਰ ਦੇ ਬਾਹਰ ਵੀ ਇੱਕ ਰੋਸ ਪ੍ਰਦਰਸ਼ਨ ਹੋਇਆ ਸੀ, ਜਿਸ ਦੀ ਕਈ ਹੋਰ ਲੀਡਰਾਂ ਵੱਲੋਂ ਵੀ ਨਿਖੇਧੀ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਅਲਬਰਟਾ ਦੇ ਹੈਲਥ ਮਿਨਿਸਟਰ ਦੇ ਘਰ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਫਿਰ ਉਸ ਤੋਂ ਪਹਿਲਾਂ ਜੋਤੀ ਗੰਡੋਕ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਸੰਬੰਧੀ ਪੁਲਿਸ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਸ਼ਾਂਤਮਈ ਸੀ ਅਤੇ ਕਿਸੇ ਵੀ ਤਰੀਕੇ ਦੀ ਕੋਈ ਗ੍ਰਿਫਤਾਰੀ ਕਿਸੇ ਪ੍ਰਦਰਸ਼ਨਕਾਰੀ ਦੀ ਨਹੀਂ ਕੀਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਅੱਜ ਕੱਲ੍ਹ ਐਂਟੀ ਮੈਂਡੇਟ ਗਰੁੱਪਸ ਕਾਫੀ ਰੋਸ ਪ੍ਰਦਰਸ਼ਨ ਕਰ ਰਹੇ ਨੇ ਅਤੇ ਬੀਤੇ ਦਿਨ ਹੀ ਇੱਕ ਵੱਡੀ ਟਰੱਕ ਰੈਲੀ ਵੀ ਨਿਕਲੀ ਜੋ ਕਿ ਓਟਵਾ ਲਈ ਜਾ ਰਹੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਇਹ ਸ਼ੁਰੂ ਹੋਈ ਸੀ। ਬ੍ਰਿਟਿਸ਼ ਕੋਲੰਬੀਆ ਨੇ ਬੀਤੇ 3 ਦਿਨਾਂ ਦੀ ਕੋਵਿਡ ਰਿਪੋਰਟ ਸਾਂਝੀ ਕੀਤੀ ਹੈ, ਜਿਸ ਵਿੱਚ ਦੱਸਿਆ ਹੈ ਕਿ ਬੀਤੇ 3 ਦਿਨਾਂ ਵਿੱਚ 5000 ਦੇ ਨੇੜੇ-ਤੇੜੇ ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ ਨੇ, ਜਦਕਿ ਬੀਤੇ 72 ਘੰਟਿਆਂ ਵਿੱਚ 24 ਲੋਕਾਂ ਦੀ ਮੌਤ ਵੀ ਹੋਈ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਅਧਿਕਾਰੀਆਂ ਵੱਲੋਂ ਅੱਜ ਬੀਤੇ 3 ਦਿਨਾਂ ਦੀ ਕੋਵਿਡ ਅਪਡੇਟ ਜਾਰੀ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਬੀਤੇ 3 ਦਿਨਾਂ ਦੌਰਾਨ BC ਵਿੱਚ 4997 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਨਾਲ ਹੁਣ ਸੂਬੇ ਵਿੱਚ ਕੁੱਲ ਕੇਸਾਂ ਦੀ ਗਿਣਤੀ 3,13,076 ਕੇਸਾਂ ਤੇ ਪਹੁੰਚ ਗਈ ਹੈ। ਸੂਬੇ ਵਿੱਚ ਇਸ ਵਕਤ 31,822 ਐਕਟਿਵ ਕੇਸ ਦੱਸੇ ਜਾ ਰਹੇ ਨੇ ਤੇ ਇਸੇ ਦੌਰਾਨ ਬੀਤੇ 72 ਘੰਟਿਆਂ ਵਿੱਚ 24 ਨਵੀਆਂ ਮੌਤਾਂ ਹੋਈਆਂ ਨੇ ਤੇ BC ਵਿੱਚ ਹੁਣ 2553 ਲੋਕ ਕੁੱਲ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਨੇ। ਜਾਣਕਾਰੀ ਵੀ ਦੱਸਿਆ ਗਿਆ ਕਿ 1702 ਕੇਸ ਫਰੇਜ਼ਰ ਹੈਲਥ ਤੋਂ ਸਾਹਮਣੇ ਆਏ ਨੇ, ਜਿੱਥੇ ਕੁੱਲ 14,431 ਐਕਟਿਵ ਕੇਸ ਨੇ। 862 ਨਵੇਂ ਮਾਮਲੇ ਵੈਨਕੂਵਰ ਕੋਸਟਲ ਹੈਲਥ ਰੀਜਨ ਤੋਂ ਆਏ ਨੇ, ਜਿੱਥੇ 7256 ਇਸ ਵਕਤ ਐਕਟਿਵ ਕੇਸ ਨੇ। 1251 ਨਵੇਂ ਕੇਸ ਇੰਟੀਰੀਅਰ ਹੈਲਥ ਰੀਜਨ ਤੋਂ ਆਏ ਨੇ, ਜਿੱਥੇ 7021 ਐਕਟਿਵ ਕੇਸ ਨੇ। ਉੱਥੇ ਹੀ 555 ਨਵੇਂ ਕੇਸ ਨਾਰਥਰਨ ਹੈਲਥ ਰੀਜਨ ਤੋਂ ਆਏ ਨੇ, ਜਿੱਥੇ 1566 ਐਕਟਿਵ ਕੇਸ ਨੇ। ਉੱਥੇ ਹੀ 626 ਕੇਸ ਆਈਲੈਂਡ ਹੈਲਥ ਰੀਜਨ ਤੋਂ ਆਏ ਨੇ, ਜਿੱਥੇ 1544 ਐਕਟਿਵ ਕੇਸ ਨੇ। 72 ਘੰਟਿਆਂ ਵਿੱਚ 24 ਲੋਕਾਂ ਦੀ ਮੌਤ ਹੋਈ ਹੈ, ਜਿਸ ਵਿੱਚੋਂ ਫਰੇਜ਼ਰ ਹੈਲਥ ਦੇ 18 ਲੋਕ ਸ਼ਾਮਲ ਨੇ। ਵੈਨਕੂਵਰ ਕੋਸਟਲ ਹੈਲਥ ਰੀਜਨ ਵਿੱਚ 1 ਵਿਅਕਤੀ ਦੀ ਮੌਤ ਹੋਈ ਹੈ। ਇੰਟੀਰੀਅਰ ਹੈਲਥ ਰੀਜਨ ਵਿੱਚ 1 ਵਿਅਕਤੀ, ਜਦਕਿ ਨਾਰਥਰਨ ਹੈਲਥ ਰੀਜਨ ਵਿੱਚ 2 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ BC ਵਿੱਚ 12 ਸਾਲ ਤੋਂ ਉੱਪਰ 92.6% ਲੋਕਾਂ ਤੇ ਪਹਿਲਾ ਟੀਕਾ ਕੋਵਿਡ ਦਾ ਲੱਗ ਚੁੱਕਾ ਹੈ, ਜਦਕਿ 99.9% ਲਗਭਗ 90% ਲੋਕਾਂ ਦੇ ਦੂਜਾ ਟੀਕਾ ਲੱਗ ਚੁੱਕਾ ਹੈ। ਜਾਣਕਾਰੀ ਅਨੁਸਾਰ 18,74,956 ਲੋਕਾਂ ਦੇ ਹੁਣ ਤੱਕ ਬੂਸਟਰ ਸ਼ਾਟ BC ਵਿੱਚ ਲਾ ਦਿੱਤੇ ਗਏ ਨੇ। ਉਧਰ ਅੰਟਾਰੀਓ ਵਿੱਚ ਕੋਵਿਡ ਦੇ ਕੇਸ 1 ਮਿਲੀਅਨ ਨੂੰ ਪਾਰ ਕਰ ਗਏ ਨੇ। ਹੁਣ ਕੱਲੇ ਅੰਟਾਰੀਓ ਵਿੱਚ ਹੀ ਮਹਾਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 1 ਮਿਲੀਅਨ ਤੋਂ ਵੱਧ ਕੇਸ ਨੇ, ਜਦਕਿ ਮੌਤਾਂ ਦਾ ਅੰਕੜਾ ਵੀ ਅੱਜ 11,000 ਨੂੰ ਪਾਰ ਕਰ ਗਿਆ। ਹਾਲਾਂਕਿ ਹਸਪਤਾਲਾਂ ਵਿੱਚ ਦਾਖਲ ਲੋਕਾਂ ਦੀ ਗਿਣਤੀ ਹੁਣ 4,000 ਤੋਂ ਥੱਲੇ ਆਈ ਹੈ ਅਤੇ 3800 ਤੋਂ ਵੱਧ ਕੁਝ ਲੋਕ ਇਸ ਵਕਤ ਹਸਪਤਾਲਾਂ ਵਿੱਚ ਦਾਖਲ ਨੇ, ਪਰ ਇਸ ਦੇ ਬਾਵਜੂਦ ICU ਵਿੱਚ ਵੀ ਇਸ ਵਕਤ 600 ਤੋਂ ਵੱਧ ਲੋਕ ਦਾਖਲ ਨੇ। ਕੈਨੇਡਾ ਦੇ ਸੂਬੇ ਅੰਟਾਰੀਓ ਵਿੱਚ ਹੁਣ ਕੋਵਿਡ ਕੇਸਾਂ ਦੀ ਕੁੱਲ ਗਿਣਤੀ 1 ਮਿਲੀਅਨ ਤੋਂ ਪਾਰ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ ਵੀ 11,000 ਨੂੰ ਪਾਰ ਕਰ ਗਿਆ ਹੈ। ਜਾਣਕਾਰੀ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਅੰਟਾਰੀਓ ਵਿੱਚ 4,790 ਮਾਮਲੇ ਕੋਰੋਨਾ ਵਾਇਰਸ ਦੇ ਨਵੇਂ ਸਾਹਮਣੇ ਆਏ ਨੇ ਅਤੇ 37 ਹੋਰ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਹਾਲਾਂਕਿ ਇੱਥੇ ਇਹ ਵੀ ਦੱਸ ਦਈਏ ਕਿ ਮਾਹਰਾਂ ਵੱਲੋਂ ਨਾਲ ਹੀ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਵਕਤ
ਟੈਸਟ ਐਲੀਜੀਬਿਲਟੀ ਕਾਰਨ ਕੋਵਿਡ ਦੇ ਸਹੀ ਮਾਮਲੇ ਵੀ ਸਾਹਮਣੇ ਨਹੀਂ ਆ ਰਹੇ ਨੇ ਅਤੇ ਬਹੁਤ ਗੰਭੀਰ ਜਾਂ ਹਾਈ ਰਿਸਕ ਵਾਲੇ ਲੋਕਾਂ ਦੇ ਟੈਸਟ ਹੀ ਇਸ ਵਕਤ ਹੋ ਰਹੇ ਨੇ। ਬੀਤੇ ਦਿਨ ਦਾ ਪੋਜ਼ਿਟਿਵਿਟੀ ਰੇਟ 18.4% ਰਿਹਾ ਅਤੇ 20,716 ਟੈਸਟ ਕੀਤੇ ਗਏ, ਜਿਸ ਵਿੱਚੋਂ 4,790 ਪੋਜ਼ਿਟਿਵ ਪਾਏ ਗਏ। ਜਿੱਥੇ ਕੁੱਲ ਕੇਸਾਂ ਦੀ ਗਿਣਤੀ ਹੁਣ 1 ਮਿਲੀਅਨ ਤੋਂ ਪਾਰ ਹੋ ਗਈ ਹੈ, ਉੱਥੇ ਹੀ ਹੁਣ ਮੌਤਾਂ ਦਾ ਅੰਕੜਾ ਵੀ 11,000 ਨੂੰ ਪਾਰ ਕਰ ਗਿਆ ਅਤੇ ਹੁਣ ਤੱਕ ਅੰਟਾਰੀਓ ਵਿੱਚ 11,004 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਹਸਪਤਾਲਾਂ ਵਿੱਚ ਇਸ ਵਕਤ 3861 ਲੋਕ ਦਾਖਲ ਨੇ ਅਤੇ ਇਹਨਾਂ ਵਿੱਚੋਂ 615 ICU ਵਿੱਚ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੰਟਾਰੀਓ ਦੇ ਟੋਰਾਂਟੋ ਖੇਤਰ ਚੋਂ 886 ਕੋਵਿਡ ਦੇ ਮਾਮਲੇ ਸਾਹਮਣੇ ਆਏ ਨੇ, ਜਦਕਿ ਪੀਲ ਰੀਜਨ ਵਿੱਚੋਂ 690 ਅਤੇ ਯਾਰਕ ਰੀਜਨ ਵਿੱਚੋਂ 384 ਮਾਮਲੇ ਸਾਹਮਣੇ ਆਏ ਨੇ। ਉੱਥੇ ਹੀ ਹੈਮਿਲਟਨ ਤੋਂ 252 ਤੇ ਓਟਾਵਾ ਤੋਂ 339 ਮਾਮਲੇ ਸਾਹਮਣੇ ਆਏ ਨੇ, ਜਦਕਿ ਵਿੰਸਰ ਦੇ ਇਲਾਕੇ ਚੋਂ 185 ਮਾਮਲੇ ਸਾਹਮਣੇ ਆਏ ਨੇ। ਅੰਟਾਰੀਓ 'ਚ ਵੈਕਸੀਨੇਸ਼ਨ ਦਾ ਕੰਮ ਵੀ ਜ਼ੋਰਦਾਰ ਤਰੀਕੇ ਨਾਲ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ 12 ਸਾਲ ਤੋਂ ਉੱਪਰ ਐਲੀਜੀਬਲ ਲੋਕਾਂ ਦੇ 91.6% ਲੋਕਾਂ ਦੇ ਵੈਕਸੀਨ ਲੱਗ ਚੁੱਕੀ ਹੈ, ਜਦਕਿ 88.9% ਲੋਕ ਆਪਣੀ ਦੂਜੀ ਡੋਜ਼ ਵੀ ਲਵਾ ਚੁੱਕੇ ਨੇ, ਜਦਕਿ 40% ਦੇ ਆਸ-ਪਾਸ ਬੂਸਟਰ ਸ਼ਾਟ ਵੀ ਲੱਗ ਚੁੱਕਾ ਹੈ। ਉਧਰ ਅੰਟਾਰੀਓ ਦੇ ਸ਼ਹਿਰ ਲੰਡਨ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਪਿਕਅਪ ਅਤੇ ਇੱਕ ਕਾਰ ਦੀ ਟੱਕਰ ਹੋ ਗਈ ਤੇ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਵੀ ਹੋਇਆ। ਮਾਮਲਾ ਲੰਡਨ ਤੋਂ ਸਾਹਮਣੇ ਆਇਆ, ਜਿੱਥੇ ਅੱਜ ਦੁਪਹਿਰ 3 ਵਜੇ ਦੇ ਕਰੀਬ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਸੜਕ ਹਾਦਸਾ ਇੱਕ ਪਿਕਅਪ ਟਰੱਕ ਤੇ ਕਾਰ ਵਿਚਕਾਰ ਵਾਪਰਿਆ। ਇਹ ਹਾਦਸਾ ਲੰਡਨ ਦੇ ਹਾਈਬਰੀ ਐਵੇਨਿਊ ਤੇ ਵਾਪਰਿਆ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਸੜਕ ਨੂੰ ਬੰਦ ਕਰ ਦਿੱਤਾ ਗਿਆ। ਪੁਲਿਸ ਵੱਲੋਂ ਹਾਦਸਾਗ੍ਰਸਤ ਵਾਲੀ ਸੜਕ ਉੱਤੇ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਗਈ। ਇਸ ਘਟਨਾ ਉੱਤੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਰਾਈਵਰ ਨੂੰ ਮੌਕੇ ਤੇ ਲੋਕਲ ਪੈਰਾਮੈਡਿਕ ਸਟਾਫ ਦੀ ਮਦਦ ਨਾਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਪੁਲਿਸ ਵੱਲੋਂ ਡਰਾਈਵਰ ਦੇ ਹਾਲਤ ਸੰਬੰਧੀ ਜਾਣਕਾਰੀ ਅਜੇ ਨਹੀਂ ਸਾਂਝੀ ਕੀਤੀ ਗਈ। ਇਸ ਮਾਮਲੇ ਦੀ ਤਫਤੀਸ਼ ਹੁਣ ਟ੍ਰੈਫਿਕ ਮੈਨੇਜਮੈਂਟ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ। ਜਾਂਦੇ ਨਜ਼ਰ ਮਾਰਦੇ ਹਾਂ ਇੱਕ ਵਾਰੀ ਫਿਰ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਵੈਕਸੀਨ ਮੈਂਡੇਟ ਦੇ ਖਿਲਾਫ ਟਰੱਕ ਡਰਾਈਵਰਾਂ ਦੀ ਰੈਲੀ, BC ਤੋਂ ਲੈ ਕੇ ਓਟਾਵਾ ਤੱਕ ਜਾਵੇਗੀ ਰੈਲੀ। ਅਮਰੀਕਾ ਦੇ ਬਾਰਡਰ ਤੇ ਮਰਨ ਵਾਲੇ ਪਰਿਵਾਰ ਦੀ ਹੋਈ ਪਹਿਚਾਣ, 65 ਲੱਖ ਦੇ ਕੇ ਜਾਣਾ ਸੀ ਅਮਰੀਕਾ। ਵੈਨਕੂਵਰ 'ਚ ਵਧੇ ਜਾਨਲੇਵਾ ਹਮਲੇ, ਵੈਨਕੂਵਰ ਪੁਲਿਸ ਨੇ ਜਾਰੀ ਕੀਤੀ ਵੀਡੀਓ। ਇੰਗਲੈਂਡ ਵੱਲੋਂ ਕੀਤਾ ਗਿਆ ਵੱਡਾ ਐਲਾਨ, ਹੁਣ ਨਹੀਂ ਪਵੇਗੀ ਕੋਵਿਡ ਟੈਸਟ ਦੀ ਲੋੜ। ਕੈਲਗਰੀ ਦੇ ਪੰਜਾਬੀ MP ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ, MP ਨੇ ਖੁਦ ਦਿੱਤੀ ਪੂਰੀ ਜਾਣਕਾਰੀ। ਅਤੇ ਅੰਟਾਰੀਓ ਵਿੱਚ 1 ਮਿਲੀਅਨ ਤੋਂ ਪਾਰ ਹੋਏ ਕੋਵਿਡ ਦੇ ਕੇਸ, 11,000 ਤੋਂ ਵੱਧ ਲੋਕਾਂ ਦੀ ਮੌਤ। ਸੋ ਇਹ ਸੀ ਅੱਜ ਦਾ ਨਿਊਜ਼ ਬੁਲਟਨ। ਇਸੇ ਤਰੀਕੇ ਨਾਲ ਅਸੀਂ ਨਵੀਆਂ ਤੇ ਅਹਿਮ ਖਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ TV ਪੰਜਾਬ।